Hello everyone, welcome to Victor's Knowledge. This is Chinu Sharma, and today we are going to take up another important lecture which is National Health Program. ਸੋ ਜਿਹੜਾ ਇਹ ਲੈਕਚਰ ਹੈ ਇਹ ਆਂਗਨਵਾੜੀ ਸੁਪਰਵਾਈਜ਼ਰ ਐਗਜ਼ਾਮ ਦੇ ਲਈ ਬਹੁਤ ਇੰਪੋਰਟੈਂਟ ਹੈ ਤੇ ਨਾਲ ਹੀ ਜਿਹੜੇ ਸਟੂਡੈਂਟਸ ਬਾਕੀ ਐਗਜ਼ਾਮਸ ਦੀ ਤਿਆਰੀ ਕਰ ਰਹੇ ਨੇ ਉਹ ਵੀ ਇਹਨੂੰ ਜ਼ਰੂਰ ਦੇਖਣ ਕਿਉਂਕਿ ਜਨਰਲ ਸਾਇੰਸ ਸਬਜੈਕਟ ਦੇ ਅੰਦਰ ਨੈਸ਼ਨਲ ਹੈਲਥ ਪ੍ਰੋਗਰਾਮਸ ਦੇ ਵਿੱਚੋਂ ਕਾਫੀ ਵਾਰੀ ਕੁਐਸਚਨ ਦੇਖਣ ਨੂੰ ਮਿਲੇ ਨੇ। ਸੋ ਇਹ ਜਿਹੜਾ ਲੈਕਚਰ ਹੈ ਇਹਦੇ ਅੰਦਰ ਟੋਟਲ 15 ਇੰਪੋਰਟੈਂਟ ਪ੍ਰੋਗਰਾਮਸ ਕਵਰ ਕੀਤੇ ਨੇ ਡੀਟੇਲ ਦੇ ਅੰਦਰ। ਸੋ ਨਾਓ ਲੈਟਸ ਗੈਟ ਸਟਾਰਟਡ। ਸੋ ਪਹਿਲਾ ਹੈ ਅੰਮ੍ਰਿਤ ਪ੍ਰੋਗਰਾਮ। ਅੰਮ੍ਰਿਤ ਦੀ ਫੁੱਲ ਫਾਰਮ ਸਭ ਤੋਂ ਪਹਿਲਾਂ ਤਾਂ ਤੁਸੀਂ ਤਿਆਰ ਕਰ ਲਓ। ਸੋ ਅੰਮ੍ਰਿਤ ਦੀ ਫੁੱਲ ਫਾਰਮ ਹੈ ਅਫੋਰਡੇਬਲ ਮੈਡੀਸਿਨ ਐਂਡ ਰਿਲਾਇਬਲ ਇੰਪਲਾਂਟ ਫॉर ਟ੍ਰੀਟਮੈਂਟ ਪ੍ਰੋਗਰਾਮ। ਜਿਹੜਾ ਇਹ ਪ੍ਰੋਗਰਾਮ ਹੈ 2015 ਵਿੱਚ ਇਹਨੂੰ ਲਾਂਚ ਕੀਤਾ ਹੈਲਥ ਮਿਨਿਸਟਰੀ ਨੇ। ਬੇਸਿਕਲੀ ਇਹ ਪ੍ਰੋਗਰਾਮ ਦੇ ਅੰਦਰ ਕੀ ਹੈ, ਕੁਝ ਆਊਟਲੈਟ ਜਿੱਥੇ ਸਸਤੀਆਂ ਰੀਜ਼ਨੇਬਲ ਰੇਟ ਉੱਤੇ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਉਹ ਖੋਲੇ ਗਏ। ਸੋ ਅੰਮ੍ਰਿਤ ਮੈਡੀਸਿਨ ਆਊਟਲੈਟ ਵਿਲ ਬੀ ਓਪਨਡ ਪੂਰੇ ਇੰਡੀਆ ਦੇ ਵਿੱਚ ਟੂ ਕੇਟਰ ਮੈਡੀਸਿਨ ਐਟ ਵੈਰੀ ਲੋ ਕਾਸਟ। ਕੰਟਰੀ ਦਾ ਪਹਿਲਾ ਅੰਮ੍ਰਿਤ ਆਊਟਲੈਟ ਖੋਲਿਆ ਗਿਆ ਏਮਸ ਦੇ ਵਿੱਚ to provide the said medicine at 60 to 90% discount over market price। ਸੋ ਜੋ ਮਾਰਕੀਟ ਦੇ ਵਿੱਚ ਰੇਟ ਮਿਲ ਰਿਹਾ ਉਹਦੇ ਨਾਲੋਂ 60 ਤੋਂ ਲੈ ਕੇ 90% ਸਸਤੇ ਰੇਟ ਉੱਤੇ ਉਰੇ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਨੇ। ਜਿਹੜੇ ਵੀ ਲੋਕ ਮਹਿੰਗੀਆਂ ਦਵਾਈਆਂ ਅਫੋਰਡ ਨਹੀਂ ਕਰ ਸਕਦੇ ਸੋ ਉਹਨਾਂ ਨੂੰ ਇੱਕ ਬਹੁਤ ਹੀ ਜ਼ਿਆਦਾ ਵਧੀਆ ਇਹ ਹੈਲਪ ਮਿਲ ਰਹੀ ਹੈ। It will be launched in all central government hospitals soon. It is being implemented through Mini Ratna PSU। ਸੋ ਕਾਫੀ ਇੰਪੋਰਟੈਂਟ ਪਬਲਿਕ ਸੈਕਟਰ ਅੰਡਰਟੇਕਿੰਗਸ ਨੇ ਜਿਹੜੀਆਂ ਇਹਨੂੰ ਫਾਈਨੈਂਸ਼ੀਅਲੀ ਸਪੋਰਟ ਕਰ ਰਹੀਆਂ ਨੇ ਪ੍ਰੋਗਰਾਮ ਨੂੰ। ਮੇਨ ਏਮ ਕੀ ਹੈ ਅੰਮ੍ਰਿਤ ਦਾ ਕਿ ਹਰ ਕਿਸੇ ਨੂੰ ਜਦੋਂ ਵੀ ਜ਼ਰੂਰਤ ਪਵੇ ਇੱਕ ਤਾਂ ਦਵਾਈਆਂ ਮਿਲਣ, ਕਦੇ ਇਹ ਨਾ ਹੋਵੇ ਕਿ ਕੋਈ ਐਮਰਜੈਂਸੀ ਦੇ ਵਿੱਚ ਦਵਾਈ ਨਾ ਮਿਲੇ, ਕਿਸੇ ਦੀ ਜਾਨ ਚਲੀ ਜਾਵੇ। ਸੋ ਅਵੇਲੇਬਲ ਐਂਡ ਐਕਸੈਸਿਬਲ ਮਤਲਬ ਹਰ ਇਨਸਾਨ ਜੇ ਕਿਸੇ ਹਸਪੀਟਲ ਗਵਰਨਮੈਂਟ ਹਸਪੀਟਲ ਦੇ ਵਿੱਚ ਐਡਮਿਟ ਹੈ ਤਾਂ ਉਹਨੂੰ ਉੱਥੇ ਨੇੜੇ ਤੇੜੇ ਹੀ ਐਕਸੈਸ ਹੋ ਜਾਵੇ ਦਵਾਈ ਤੇ ਉਹਦਾ ਰੇਟ ਵੀ ਰੀਜ਼ਨੇਬਲ ਹੋਵੇ, ਮਤਲਬ ਕਿ ਕੋਈ ਗਰੀਬ ਹੈ ਉਹ ਅਫੋਰਡ ਕਰ ਸਕੇ, ਉਹ ਖਰੀਦ ਸਕੇ। So at very affordable rates, all drug, implant, surgical, disposable that are not dispensed free of cost by hospital. These pharmacies stock nearly 2200 drugs, surgical disposable implants that are accessible at an average discount of 63%। So ਇਹਦੇ ਅੰਦਰ ਸਿਰਫ ਦਵਾਈਆਂ ਹੀ ਨਹੀਂ ਬਹੁਤ ਸਾਰੇ ਇੰਪਲਾਂਟਸ ਵੀ ਮਿਲਦੇ ਨੇ ਜਿਵੇਂ ਸਟੈਂਟ ਹੋ ਗਏ, ਕੋਈ ਕੈਂਸਰ ਤੇ ਡਾਇਬੀਟਿਕ ਪੇਸ਼ੈਂਟਸ ਨੂੰ ਕੋਈ ਇੰਪੋਰਟੈਂਟ ਹੋਰ ਚੀਜ਼ਾਂ ਦੀ ਜ਼ਰੂਰਤ ਹੈ। ਸੋ ਇਸ ਤਰ੍ਹਾਂ ਦੇ ਨਾਲ ਹਰ ਤਰ੍ਹਾਂ ਦੇ ਪੇਸ਼ੈਂਟ ਨੂੰ ਦੇਖਦੇ ਹੋਏ ਚਾਹੇ ਕੋਈ ਛੋਟੀ ਬਿਮਾਰੀ ਵਾਲਾ ਵੱਡੀ ਬਿਮਾਰੀ ਵਾਲਾ ਅੰਮ੍ਰਿਤ ਪ੍ਰੋਗਰਾਮ ਦੇ ਅੰਦਰ ਰੀਜ਼ਨੇਬਲ ਰੇਟ ਉੱਤੇ ਮੈਡੀਸਿਨਸ ਦਿੱਤੀਆਂ ਜਾਂਦੀਆਂ। ਸੋ ਇਹ ਹੈ ਆਪਣੀ ਪਹਿਲੀ ਇੰਪੋਰਟੈਂਟ ਨੈਸ਼ਨਲ ਹੈਲਥ ਪ੍ਰੋਗਰਾਮ ਸਕੀਮ। Next is very important and commonly heard ਆਯੁਸ਼ਮਾਨ ਭਾਰਤ, ਜਿਹਦੇ ਬਾਰੇ ਆਪਾਂ ਬਾਰ-ਬਾਰ ਸੁਣਦੇ ਹਾਂ ਆਯੁਸ਼ਮਾਨ ਭਾਰਤ। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ 2018 ਵਿੱਚ ਜਦੋਂ ਆਪਣੀ ਇੰਡੀਪੈਂਡੈਂਸ ਡੇ ਦੀ ਸਪੀਚ ਦਿੱਤੀ ਤਾਂ ਉਹਦੇ ਵਿੱਚ ਇਹਨੂੰ ਅਨਾਉਂਸ ਕੀਤਾ ਐਜ਼ ਨੈਸ਼ਨਲ ਹੈਲਥ ਪ੍ਰੋਟੈਕਸ਼ਨ ਮਿਸ਼ਨ। ਮੋਦੀ ਕੇਅਰ ਵੀ ਕਿਹਾ ਜਾਂਦਾ ਇਹਨੂੰ। ਸੋ ਇਹ ਤੁਸੀਂ ਨਾਮ ਵੀ ਯਾਦ ਰੱਖਣੇ ਆ ਜਿਹੜੇ ਦੇ ਦੋ ਤਿੰਨ ਅਲੱਗ-ਅਲੱਗ ਨਾਮ ਨੇ। ਆਯੁਸ਼ਮਾਨ ਭਾਰਤ ऑफिशियली लॉन्च किस तरीक ਨੂੰ ਹੋਈ ਇਹ ਡੇਟ ਤੁਹਾਨੂੰ ਐਗਜ਼ਾਮ ਵਿੱਚ ਡਾਇਰੈਕਟਲੀ ਆ ਸਕਦੀ ਹੈ 25 ਸਤੰਬਰ 2018। ਜਿਹੜੀ ਇਹ ਸਕੀਮ ਹੈ ਇਹ ਹਰ ਕਿਸੇ ਲਈ ਨਹੀਂ ਹੈ, ਹਰ ਕੋਈ ਇਹਦੇ ਅੰਦਰ ਫ੍ਰੀ ਮੈਡੀਕਲ ਇੰਸ਼ੋਰੈਂਸ ਨਹੀਂ ਲੈ ਸਕਦਾ। ਜਿਹੜੀ ਇਹ ਸਕੀਮ ਹੈ ਸਿਰਫ ਔਰ ਸਿਰਫ ਪੂਅਰ ਤੇ ਇਕਨੋਮਿਕਲੀ ਡਿਪਰਾਈਵਡ ਲੋਕਾਂ ਲਈ ਹੈ। ਤੇ ਹੁਣ ਆਪਾਂ ਇਹਦੇ ਇੰਪੋਰਟੈਂਟ ਮੇਨ ਫੀਚਰਸ ਦੇਖ ਲੈਂਦੇ ਹਾਂ। ਬੇਸਿਕਲੀ ਇਹਦੇ ਅੰਦਰ ਇੱਕ ਹੈਲਥ ਇੰਸ਼ੋਰੈਂਸ ਕਵਰ ਦਿੱਤਾ ਜਾਂਦਾ ਹੈ 5 ਲੱਖ ਤੱਕ ਦਾ ਪਰ ਫੈਮਿਲੀ ਪਰ ਈਅਰ। ਸੋ ਕਿਸੇ ਵੀ ਸਰਕਾਰੀ ਹਸਪੀਟਲ ਦੇ ਵਿੱਚ ਜਾਂ ਈਵਨ ਜਿਹੜੇ ਇਨ ਪੈਨਲ ਇੱਕ ਲਿਸਟ ਦਿੱਤੀ ਹੋਈ ਹੈ ਪ੍ਰਾਈਵੇਟ ਹਸਪੀਟਲਸ ਦੀ ਪੂਰੇ ਇੰਡੀਆ ਦੇ ਵਿੱਚ ਉੱਥੇ ਸੈਕੰਡਰੀ ਤੇ ਟਰਸ਼ਰੀ ਲੈਵਲ ਦਾ ਮੈਡੀਕਲ ਕੇਅਰ ਫੈਸਿਲਿਟੀ ਅਵੇਲ ਕਰ ਸਕਦੇ ਨੇ। ਪੂਅਰ ਤੇ ਇਕਨੋਮਿਕਲੀ ਡਿਪਰਾਈਵਡ ਲੋਕ ਉਹਨਾਂ ਨੂੰ ਆਪਣੇ ਕੁਝ ਕਾਰਡਸ ਬਣਵਾਉਣੇ ਪੈਂਦੇ ਨੇ। ਕੋਈ ਵੀ ਰਿਸਟ੍ਰਿਕਸ਼ਨ ਨਹੀਂ ਹੈ ਫੈਮਿਲੀ ਸਾਈਜ਼ ਉੱਤੇ, ਏਜ ਉੱਤੇ, ਜੈਂਡਰ ਉੱਤੇ ਵੀ ਇੰਨੇ ਸਾਲ ਤੋਂ ਇੰਨੇ ਸਾਲ ਤੱਕ ਦੇ ਫੈਮਿਲੀ ਮੈਂਬਰ ਨੂੰ ਹੀ ਇਹਦੇ ਅੰਦਰ ਹਸਪੀਟਲ ਐਡਮਿਸ਼ਨ ਮਿਲੂਗੀ ਜਾਂ ਮੈਡੀਕਲ ਕੇਅਰ ਮਿਲੂਗੀ। ਸੋ ਜਿਹੜਾ ਬੈਨੀਫਿਟ ਹੈ ਇੰਸ਼ੋਰੈਂਸ ਦਾ, ਹੈਲਥ ਇੰਸ਼ੋਰੈਂਸ ਦਾ, ਉਹਦੇ ਉੱਤੇ ਜਿਹੜੀ
फाइनैंशियल एक नीड है कि मतलब सिर्फ पुअर नूं या इकनॉमिकली डिप्राइव नूं उन्हां नूं मिलू ਉਹ एक क्राइटेरिया रखा गया है पर ਜਿਹੜੀ फैमिली एलिजिबल है ਉਹ फैमिली ਦੇ ਵਿੱਚ ਕਿਸੇ ਨੂੰ रिस्ट्रिक्शन नहीं है पूरी ਦੀ पूरी फैमिली ਇਹਦੇ ਅੰਦਰ इंश्योर्ड है सो ਇਹ इंपॉर्टेंट चीज याद रखनी है ਨੈਕਸਟ ਆਉਂਦੀ ਹੈ ਜਨਨੀ ਸੁਰੱਖਿਆ ਯੋਜਨਾ ਸੇਫ ਮਦਰਹੁੱਡ ਇਨਵੈਂਸ਼ਨ ਤੇ ਜਿਹੜੀ ਇਹ ਸਕੀਮ ਹੈ ਇਹ ਇੱਕ ਮੇਨ ਮੇਜਰ ਸਕੀਮ ਹੈ ਜਿਹਦੇ ਅੰਦਰ ਆਉਂਦੀ ਹੈ ਉਹ ਹੈ NHM ਨੈਸ਼ਨਲ ਰੂਰਲ ਹੈਲਥ ਮਿਸ਼ਨ ਸੋ ਇਟ ਇਜ਼ ਅ ਪਾਰਟ ਆਫ NHM ਤੇ ਇਹ ਇੰਪਲੀਮੈਂਟ ਕਰਵਾਈ ਜਾਂਦੀ ਹੈ ਇੱਕ ਆਬਜੈਕਟਿਵ ਦੇ ਨਾਲ ਕਿ ਜੋ ਵੀ ਮੈਟਰਨਲ ਜਾਂ ਇਨਫੈਂਟ ਮੋਰਟੈਲਿਟੀ ਰੇਟ ਹੈ ਇੱਕ ਤਾਂ ਉਹਨੂੰ ਘਟਾਇਆ ਜਾਵੇ ਜਿਹੜੇ ਪ੍ਰੈਗਨੈਂਟ ਔਮਨ ਹੈ ਉਹਨਾਂ ਦੀ ਸਹੀ ਤਰੀਕੇ ਦੇ ਨਾਲ ਇੰਸਟੀਟਿਊਸ਼ਨਲ ਡਿਲੀਵਰੀਜ਼ ਕਰਵਾਈਆਂ ਜਾਣ ਸੋ ਇਹ ਲਾਂਚ ਕੀਤੀ ਸੀ ਅਪ੍ਰੈਲ 2005 ਵਿੱਚ ਤੇ ਇੱਕ ਆਲਰੇਡੀ ਪੁਰਾਣੀ ਸਕੀਮ ਸੀ ਜਿਹਨੂੰ ਬਦਲ ਕੇ ਜਨਨੀ ਸੁਰੱਖਿਆ ਯੋਜਨਾ ਬਣਾਈ ਗਈ ਉਹ ਸਕੀਮ ਸੀ ਨੈਸ਼ਨਲ ਮੈਟਰਨਿਟੀ ਬੈਨੀਫਿਟ ਸਕੀਮ so it was launched in April 2005 by modifying the NMBS NMBS ਸਕੀਮ ਆਈ ਸੀ 1995 ਵਿੱਚ ਸੋ ਇਹਨੂੰ ਬਦਲ ਕੇ ਹੁਣ ਆਪਣੇ ਕੋਲ ਹੈ ਜਨਨੀ ਸੁਰੱਖਿਆ ਯੋਜਨਾ नेक्स्ट है लेबर रूम क्वालिटी इंप्रूवमेंट इनिशिएटिव लक्ष्य सो लक्ष्य दी फुल फॉर्म तुसी याद रखनी है बहुत इंपॉर्टेंट एग्जाम दे लई सेम ਇਹਦਾ ਵੀ ਆਲਮੋਸਟ ਜਨਨੀ ਸੁਰੱਖਿਆ ਵਾਂਗੂ ਹੀ ਆਬਜੈਕਟਿਵ ਹੈ ਉਹਦੇ ਅੰਦਰ ਕੀ ਸੀ ਜਿਵੇਂ 500 ਰੁਪੀਸ ਇਸ ਤਰ੍ਹਾਂ ਦੇ ਨਾਲ ਅਲੱਗ-ਅਲੱਗ ਬੈਨੀਫਿਟਸ ਦਿੱਤੇ ਜਾਂਦੇ ਨੇ ਫਾਈਨੈਂਸ਼ੀਅਲ ਹੈਲਪ ਦਿੱਤੀ ਜਾਂਦੀ ਹੈ ਸੋ ਇਹਦਾ ਵੀ ਉਸੇ ਤਰ੍ਹਾਂ ਦਾ ਹੀ ਥੋੜਾ ਜਿਹਾ ਏਮ ਹੈ ਆਬਜੈਕਟਿਵ ਹੈ ਕਿ ਮੈਟਰਨਲ ਤੇ ਨਿਊ ਬੌਰਨ ਮੋਰਟੈਲਿਟੀ ਮੋਰਬਿਡਿਟੀ ਰੇਟ ਨੂੰ ਘਟਾਇਆ ਜਾ ਸਕੇ ਪਰ ਇਹਦੇ ਥੋੜੀ ਜਿਹੀ ਹੋਰ ਟੈਕਨੀਕੈਲਿਟੀਜ਼ ਵਿੱਚ ਇਹਦੇ ਵਿੱਚ ਗੱਲ ਕੀਤੀ ਗਈ ਹੈ ਸੋ ਜਿਹੜੀ ਲਕਸ਼ਯ ਸਕੀਮ ਹੈ ਇਹਦੇ ਵਿੱਚ ਕਿਹਾ ਗਿਆ ਕਿ ਜਿਹੜੀਆਂ ਹੈਲਥ ਕੇਅਰ ਫੈਸਿਲਿਟੀਜ਼ ਨੇ ਉਹ ਕੁਝ ਆਇਡੈਂਟੀਫਾਈ ਕੀਤੀਆਂ ਜਾਣਗੀਆਂ ਲੱਭੀਆਂ ਜਾਣਗੀਆਂ ਕਿ ਇਹ ਪਾਰਟਿਕੂਲਰ ਹੈਲਥ ਕੇਅਰ ਫੈਸਿਲਿਟੀਜ਼ ਇਹ ਜਗ੍ਹਾ ਦੇ ਉੱਤੇ ਦਿੱਤੀਆਂ ਜਾਣਗੀਆਂ ਜਿਵੇਂ ਗਵਰਨਮੈਂਟ ਮੈਡੀਕਲ ਕਾਲਜ ਹਸਪੀਟਲ ਆਉਂਦੇ ਨੇ ਡਿਸਟ੍ਰਿਕਟ ਹਸਪੀਟਲ ਇਹਦੇ ਅੰਦਰ ਆਉਂਦੇ ਨੇ ਡੈਜ਼ਿਗਨੇਟਿਡ ਕੋਈ CHCs ਨੇ ਉਹ ਆਉਂਦੀਆਂ ਨੇ ਸੋ ਇਸ ਤਰ੍ਹਾਂ ਦੇ ਨਾਲ कुछ प्रॉपर हेल्थ केयर फैसिलिटीज एलोकेट करती है डिपार्टमेंट्स नू कि तुसी ਇਹ ਵਾਲੀਆਂ फैसिलिटीज जो भी प्रेगनेंट लेडीज ने ਉਹਨਾਂ ਨੂੰ ਦੇਣੀਆਂ ਹੀ ਦੇਣੀਆਂ ਨੇ ਇਹਦਾ ਮੇਨ ਏਮ ਹੈ ਕਿ ਜਿਹੜੀ ਇੰਡੀਆ ਦੇ ਵਿੱਚ ਇੱਕ ਡਿਲੀਵਰੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਕੇਅਰਲੈਸਨੈਸ ਦਿਖਾਈ ਜਾਂਦੀ ਹੈ ਉਹਦੀ ਕੁਆਲਿਟੀ ਇੰਪਰੂਵ ਹੋ ਸਕੇ ਜ਼ਿਆਦਾ ਕੇਅਰ ਹੋ ਸਕੇ ਇੱਕ ਰਿਸਪੈਕਟਫੁਲ ਮੈਟਰਨਿਟੀ ਕੇਅਰ ਦਿੱਤੀ ਜਾਵੇ ਸਾਰੀਆਂ ਪ੍ਰੈਗਨੈਂਟ ਔਮਨ ਨੂੰ ਸੋ ਟੂ ਇਨਸ਼ੋਰ ਸੈਟੀਸਫੈਕਸ਼ਨ of beneficiaries visiting the health facilities provide respectful maternity care so ਇਹ ਜਿਹੜਾ respectful maternity care main objective ਹੈ ਇਹ ਤੁਸੀਂ ਧਿਆਨ ਚ ਰੱਖਣਾ ਹੈ ਸੋ ਲਕਸ਼ਯ ਸਕੀਮ ਦੇ ਅੰਦਰ ਆਉਂਦਾ ਹੈ RMC to all pregnant women attending the public health facility ਸੋ ਜੋ ਵੀ women ਕਿਸੇ public hospital ਵਿੱਚ ਚਲੇਗੀ ਸਰਕਾਰੀ hospital ਜਾਂ ਕੋਈ dispensary ਕੋਈ health department ਹੈ CHC ਹੈ ਉੱਥੇ ਚਲੇਗੀ ਤਾਂ ਉਹਦਾ ਰਾਈਟ ਹੈ ਕਿ ਉਹਨੂੰ ਸਹੀ ਤਰੀਕੇ ਦੇ ਨਾਲ ਸਾਰਾ ਟ੍ਰੀਟਮੈਂਟ ਮਿਲੇ ਇਹ ਨਹੀਂ ਕਿ ਉੱਥੇ ਜਾ ਰਹੀ ਹੈ ਤਾਂ ਉੱਥੇ ਕੋਈ ਮਸ਼ੀਨ ਕੰਮ ਨਹੀਂ ਕਰ ਰਹੀ ਕੋਈ ਡਾਕਟਰ ਨਹੀਂ ਹੈ ਸੋ ਹਰ ਚੀਜ਼ ਉੱਤੇ ਇੱਕ ਓਵਰਆਲ ਚੈੱਕ ਲਗਾਤਾ ਲਕਸ਼ਯ ਸਕੀਮ ਦੇ ਅੰਦਰ ਸੋ ਇਹ ਜਿਹੜੀ ਸਕੀਮ ਹੈ ਇਹਦੇ ਅੰਦਰ ਮੇਨ ਜਿਹੜਾ ਐਮਫੈਸਿਸ ਕੀਤਾ ਗਿਆ ਉਹ ਕੀਤਾ ਗਿਆ ਅਥਾਰਟੀਜ਼ ਉੱਤੇ ਹਸਪੀਟਲਸ ਉੱਤੇ ਉਰੇ ਸਿਰਫ ਔਮਨ ਨੂੰ ਕੋਈ ਪੈਸੇ ਦੇ ਨਾਲ ਫਾਈਨੈਂਸ਼ੀਅਲ ਅਸਿਸਟੈਂਸ ਦੇਣ ਦੀ ਗੱਲ ਨਹੀਂ ਹੋ ਰਹੀ ਉਰੇ ਹੋ ਰਹੀ ਹੈ ਓਵਰਆਲ ਪੂਰੀ ਦੀ ਪੂਰੀ ਪ੍ਰੈਗਨੈਂਸੀ ਦੀ ਕੇਅਰ ਔਮਨ ਨੂੰ ਕਿਵੇਂ ਦੇਣੀ ਹੈ ਤੇ ਕੁਆਲਿਟੀ ਕੇਅਰ ਦੇਣੀ ਹੈ ਨੈਕਸਟ ਹੈ ਮਿਸ਼ਨ ਇੰਦਰਧਨੁਸ਼ ਇਹ ਵੀ ਬਹੁਤ ਇੰਪੋਰਟੈਂਟ ਸਕੀਮ ਹੈ ਇਹਨੂੰ ਆਪਾਂ ਇਮਿਊਨਾਈਜੇਸ਼ਨ ਵੈਕਸੀਨੇਸ਼ਨ ਦੇ ਨਾਲ ਹਮੇਸ਼ਾ ਜੋੜ ਕੇ ਪੜ੍ਹਦੇ ਹਾਂ ਸੋ ਜਿਹੜਾ ਇਮਿਊਨਾਈਜੇਸ਼ਨ ਟੀਕਾਕਰਨ ਦਾ ਪ੍ਰੋਗਰਾਮ ਸੀ ਇੰਡੀਆ ਵਿੱਚ 1978 ਚ ਸਭ ਤੋਂ ਪਹਿਲਾਂ ਇੰਟਰੋਡਿਊਸ ਕੀਤਾ ਗਿਆ ਜਿਹੜਾ ਸਪੈਸੀਫਿਕਲੀ ਪ੍ਰੋਗਰਾਮ ਆ as expanded program of immunization by Ministry of Health and Family Welfare 1985 ਵਿੱਚ ਜਿਹੜਾ ਪ੍ਰੋਗਰਾਮ ਆ ਇਹਨੂੰ ਬਦਲ ਕੇ ਇਹਦਾ ਨਾਮ ਰੱਖਤਾ Universal Immunization Program UIP ਤੇ ਇਹਦਾ ਨਾਮ ਇਹਦੇ ਅੰਦਰ ਮੇਨ ਆਬਜੈਕਟਿਵਸ ਕੀ ਨੇ ਇਮਿਊਨਾਈਜੇਸ਼ਨ ਕਵਰ ਨੂੰ ਜ਼ਿਆਦਾ ਤੋਂ ਜ਼ਿਆਦਾ ਵਧਾਉਣਾ ਕੁਆਲਿਟੀ ਵਧਾਉਣੀ ਸਰਵਿਸਿਜ਼ ਦੀ ਦੈਨ ਇੱਕ ਸੈਲਫ ਸਫੀਸ਼ੀਐਂਸੀ ਕੁਝ ਟਾਰਗੇਟਸ ਬਣਾਓ ਕਹਿੰਦੇ ਤੇ ਉਹਨਾਂ ਨੂੰ ਅਚੀਵ ਕਰਕੇ ਦਿਖਾਓ ਸੋ ਮਿਸ਼ਨ ਇੰਦਰਧਨੁਸ਼ ਬੇਸਿਕਲੀ ਇੱਕ ਇਮਿਊਨਾਈਜੇਸ਼ਨ ਟੀਕਾਕਰਨ ਦਾ ਪ੍ਰੋਗਰਾਮ ਆ ਜਿਹੜੇ ਇੰਡੀਆ ਦੇ ਵਿੱਚ ਅਲੱਗ-ਅਲੱਗ ਇੰਨੀਆਂ ਪ੍ਰੋਬਲਮਸ ਨੇ ਬਿਮਾਰੀਆਂ ਨੇ ਉਹਨਾਂ ਦੇ ਅਗੇਂਸਟ ਕੁਝ ਬਿਮਾਰੀਆਂ ਜਿਹੜੀਆਂ ਵੈਕਸੀਨ ਦੇ ਨਾਲ ਰੋਕੀਆਂ ਜਾ ਸਕਦੀਆਂ ਨੇ ਪ੍ਰੀਵੈਂਟੇਬਲ ਡਿਸੀਜ਼ਸ ਨੇ ਉਹਨਾਂ ਦੇ ਅਗੇਂਸਟ ਟੀਕਾਕਰਨ ਕਰਕੇ ਉਹਨਾਂ ਨੂੰ ਰੋਕਣ ਦਾ ਜਿਹੜਾ ਮਿਸ਼ਨ ਹੈ ਇਮਿਊਨਾਈਜੇਸ਼ਨ ਪ੍ਰੋਗਰਾਮ ਆ ਉਹਦਾ ਨਾਮ ਹੈ ਮਿਸ਼ਨ ਇੰਦਰਧਨੁਸ਼
सो ਇਹਦੇ ਅੰਦਰ ਟੋਟਲ 12 ਵੈਕਸੀਨ ਪ੍ਰੀਵੈਂਟੇਬਲ ਡਿਸੀਜ਼ਸ ਕਵਰ ਕੀਤੀਆਂ ਨੇ। ਸੋ ਇਹ ਤੁਸੀਂ ਸਾਰੀਆਂ ਪੜ੍ਹ ਲੈਣੀਆਂ ਨੇ। ਸੋ ਬੇਸਿਕਲੀ ਇੱਕ ਹੋਰ ਇੰਪੋਰਟੈਂਟ ਚੀਜ਼ ਹੈ ਵੀ ਜਿਹੜੀ ਜੈਪਨੀਜ਼ ਐਨਸੈਫੇਲਾਈਟਿਸ ਤੇ ਹੈਮੋਫਿਲਸ ਇਨਫਲੂਐਂਜ਼ਾ ਟਾਈਪ ਵੀ ਹੈ, ਇਹਨਾਂ ਦੀ ਵੈਕਸੀਨੇਸ਼ਨ ਹੈ ਇਹ ਪੂਰੇ ਇੰਡੀਆ 'ਚ ਨਹੀਂ ਦਿੱਤੀ ਜਾਂਦੀ। ਬਾਕੀ ਜਿਹੜੀਆਂ ਸਾਰੀਆਂ ਵੈਕਸੀਨਸ ਨੇ ਉਹ ਇਸ ਪ੍ਰੋਗਰਾਮ ਦੇ ਅੰਦਰ ਪੂਰੇ ਇੰਡੀਆ ਵਿੱਚ ਮਿਲਣਗੀਆਂ। ਸਿਰਫ ਇਹ ਦੋ ਜਿਹੜੀਆਂ ਡਿਸੀਜ਼ਸ ਨੇ ਇਹਨਾਂ ਦੀਆਂ ਜਿਹੜੀ ਵੈਕਸੀਨੇਸ਼ਨ ਨੇ ਉਹ ਕੰਟਰੀ ਦੇ ਸਿਰਫ ਕੁਝ ਸਿਲੈਕਟਡ ਡਿਸਟ੍ਰਿਕਟਸ ਵਿੱਚ ਹੀ ਮਿਲਦੀਆਂ ਨੇ। ਨੈਕਸਟ ਇਜ਼ ਨਮ ਨੈਸ਼ਨਲ ਆਯੁਸ਼ ਮਿਸ਼ਨ, ਅਨਦਰ ਇੰਪੋਰਟੈਂਟ ਸਕੀਮ। ਸੋ ਜਿਹੜੀ ਇਹ ਨੈਸ਼ਨਲ ਹੈਲਥ ਪ੍ਰੋਗਰਾਮ ਹੈ ਲਾਂਚ ਕੀਤੀ ਗਈ 2014 ਸਤੰਬਰ ਵਿੱਚ ਬਾਈ ਡਿਪਾਰਟਮੈਂਟ ਆਫ ਆਯੁਸ਼। ਤੇ ਡਿਪਾਰਟਮੈਂਟ ਆਫ ਆਯੁਸ਼ ਕਿਹੜੀ ਮਿਨਿਸਟਰੀ ਦੇ ਅੰਦਰ ਹੈ? ਹੈਲਥ ਐਂਡ ਵੈਲਫੇਅਰ ਮਿਨਿਸਟਰੀ। ਡਿਊਰਿੰਗ the 12th plan for implementation through states UT. The scheme involved expansion of Ayush sector to promote holistic health of Indian. The mission addressed the gap in health service through supporting the effort of state UT government. So basically ਜਿਹੜੇ ਵੀ ਦੂਰ ਦੇ ਰਿਮੋਟ ਏਰੀਆਜ਼ ਨੇ ਵਲਨਰੇਬਲ ਜਿੱਥੇ ਕਿਸੇ ਬਿਮਾਰੀ ਨੂੰ ਲੈ ਕੇ ਜ਼ਿਆਦਾ ਰਿਸਕ ਹੈ, ਇਸ ਮਿਸ਼ਨ ਦਾ ਮੇਨ ਮਕਸਦ ਹੈ ਕਿ ਹਰ ਕਿਸੇ ਨੂੰ ਹਰ ਇੰਡੀਅਨ ਤੱਕ ਜਿਹੜੀ ਹੈਲਥ ਫੈਸਿਲਿਟੀ ਹੈ ਉਹ ਪਹੁੰਚਾਈ ਜਾ ਸਕੇ। ਸੋ ਟ੍ਰੈਡੀਸ਼ਨਲ ਤੇ ਕਨਵੈਨਸ਼ਨਲ ਸਿਸਟਮਸ ਵੀ ਇਹਦੇ ਅੰਦਰ ਇਨਕਲੂਡ ਕੀਤੇ ਗਏ ਨੇ, ਜਿਵੇਂ ਆਯੁਰਵੇਦ ਹੋ ਗਿਆ, ਯੋਗ, ਨੈਚੁਰੋਪੈਥੀ, ਯੂਨਾਨੀ, ਸਿੱਧ, ਸੋਵ ਰਿਗਵਾ, ਹੋਮੋਪੈਥੀ। ਸੋ ਆਯੁਸ਼ ਦੀ ਫੁੱਲ ਫਾਰਮ ਹੀ ਇਹ ਸਾਰੀਆਂ ਚੀਜ਼ਾਂ ਨੇ। ਸੋ ਇੱਕ ਤਾਂ ਤੁਸੀਂ ਆਯੁਸ਼ ਦੀ ਫੁੱਲ ਫਾਰਮ ਧਿਆਨ 'ਚ ਰੱਖਣੀ ਹੈ। ਦੂਜਾ ਇਹਦੇ 'ਚ ਇਹ ਕਿਹਾ ਗਿਆ ਹੈ ਵੀ ਕਿਸੇ ਵੀ ਤਰ੍ਹਾਂ ਦੇ ਟ੍ਰੈਡੀਸ਼ਨਲ ਜਾਂ ਫਿਰ ਤੁਸੀਂ ਨਾਨ ਕਨਵੈਨਸ਼ਨਲ ਸਿਸਟਮ ਫੋਲੋ ਕਰੋ ਚਾਹੇ, ਪਰ ਜੋ ਵੀ ਹੈਲਥ ਫੈਸਿਲਿਟੀ ਕਿਸੇ ਵੀ ਏਰੀਆ ਦੇ ਲੋਕ ਨੂੰ ਪੂਰੇ ਕੰਟਰੀ ਚਾਹੀਦੀ ਆ ਉਹਨੂੰ ਪ੍ਰੋਵਾਈਡ ਕਰਵਾਓ। ਤੇ ਨਾਲ ਹੀ ਇਹਦੇ ਅੰਦਰ ਆਯੁਸ਼ ਮਿਸ਼ਨ ਦੇ ਅੰਦਰ ਅਵੇਅਰਨੈਸ ਕੈਂਪੇਨਸ ਲਗਵਾਏ ਜਾਂਦੇ ਨੇ, ਲੋਕਾਂ ਨੂੰ ਪੜ੍ਹਾਈ ਦੇ ਥਰੂ ਜਾਗਰੂਕ ਕੀਤਾ ਜਾਂਦਾ ਹੈ, ਹੈਲਥ ਸਰਵਿਸਿਜ਼ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਸੋ ਜਿਹੜਾ ਇਹਦਾ ਏਮ ਹੈ ਉਹ ਹੈ ਮੇਨਲੀ ਓਵਰਆਲ ਹੈਲਥ ਇੱਕ ਸਟਰੋਂਗ ਕਰਨੀ ਪੂਰੇ ਦੇਸ਼ ਦੀ। ਸੋ ਜੋ ਵੀ ਆਪਣੇ ਹੈਲਥ ਮੈਡੀਕਲ ਫੈਸਿਲਿਟੀਜ਼ ਰਿਮੋਟ ਏਰੀਆਜ਼ ਨੇ, ਜਿਵੇਂ ਮਾਊਂਟੇਨੀਅਸ ਰੀਜਨ ਦੇ ਨੇ ਜਾਂ ਕੋਈ ਨਾਰਥ ਈਸਟ ਰੀਜਨ ਨੇ ਜਿੱਥੇ ਨਹੀਂ ਪਹੁੰਚ ਪਾ ਰਿਹਾ, ਜਿਹੜੇ ਫਾਰ ਫਲੰਗ ਏਰੀਆਜ਼ ਕਹੇ ਜਾਂਦੇ ਨੇ, ਉਹ ਸਾਰੀ ਜਗ੍ਹਾ ਦੇ ਉੱਤੇ ਨੈਸ਼ਨਲ ਆਯੁਸ਼ ਮਿਸ਼ਨ ਆਪਣੀ ਸਰਵਿਸਿਜ਼ ਦੇ ਥਰੂ ਜੋ ਵੀ ਹੈਲਥ ਫੈਸਿਲਿਟੀਜ਼ ਦੀ ਜ਼ਰੂਰਤ ਹੁੰਦੀ ਹੈ ਉਹ ਪਹੁੰਚਾਉਂਦੀ ਹੈ। ਨੈਕਸਟ ਇਜ਼ ਵੈਰੀ ਇੰਪੋਰਟੈਂਟ, ਕਿਉਂਕਿ ਜਿਹੜਾ ਪੋਸ਼ਣ ਅਭਿਆਨ ਹੈ ਬੇਸਿਕਲੀ ਨਿਊਟ੍ਰੀਸ਼ਨਲ ਡਾਈਟ ਨੂੰ ਲੈ ਕੇ ਹੈ। ਤੇ ਇਹ ਜਦੋਂ ਹੁਣ ਆਪਾਂ ਆਂਗਨਵਾੜੀ ਸੁਪਰਵਾਈਜ਼ਰ ਦੀ ਗੱਲ ਕਰ ਰਹੇ ਹਾਂ ਤਾਂ ਇਹਨਾਂ ਦੀ ਡਿਊਟੀ ਕੀ ਹੁੰਦੀ ਹੈ ਆਂਗਨਵਾੜੀ ਸੁਪਰਵਾਈਜ਼ਰਸ ਦੀ? ਆਪਾਂ ਨੇ ਲੈਕਚਰ ਦੇ ਅੰਦਰ ਵੀ ਦੇਖਿਆ ਆਂਗਨਵਾੜੀ ਰੋਲ ਐਂਡ ਮੈਨੇਜਮੈਂਟ ਦੇ ਅੰਦਰ ਮੇਨ ਹੈ ਬੱਚਿਆਂ ਦੀ, ਜਿਹੜੇ ਛੋਟੇ ਬੱਚੇ ਨੇ, ਪ੍ਰੀ ਸਕੂਲ ਵਾਲੇ ਬੱਚੇ ਨੇ, ਉਹਨਾਂ ਦੀ ਇੱਕ ਹੈਲਥੀ ਨਿਊਟ੍ਰੀਸ਼ੀਅਸ ਡਾਈਟ ਵੱਲ ਧਿਆਨ ਦੇਣਾ। ਸੋ ਇਸ ਮਿਸ਼ਨ ਦਾ ਅਭਿਆਨ ਦਾ ਵੀ ਮੇਨ ਮਕਸਦ ਇਹ ਹੈ ਨਿਊਟ੍ਰੀਸ਼ਨ। ਸੋ ਪੋਸ਼ਣ is acronym for very important for exam, ਤੁਹਾਨੂੰ 100% ਯਾਦ ਹੋਣੀ ਚਾਹੀਦੀ ਹੈ ਪੋਸ਼ਣ ਦੀ ਫੁੱਲ ਫਾਰਮ। ਸੋ ਇਹਦੀ ਫੁੱਲ ਫਾਰਮ ਹੈ PM's overarching scheme for holistic nutrition ਅਭਿਆਨ। ਕਦੋਂ ਲਾਂਚ ਕੀਤੀ? 2018 ਵਿੱਚ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ 8 ਮਾਰਚ ਨੂੰ 8 ਮਾਰਚ ਦਿਨ ਚੁਣਿਆ ਗਿਆ ਇੰਟਰਨੈਸ਼ਨਲ ਵਿਮਨ ਡੇ ਵਾਲਾ ਇਨ ਝੁੰਝਨੂ ਰਾਜਸਥਾਨ। ਸੋ ਤੁਹਾਨੂੰ ਇਹ ਵੀ ਐਗਜ਼ਾਮ ਵਿੱਚ ਆ ਸਕਦਾ ਹੈ ਵੀ ਕਿੱਥੇ ਸਭ ਤੋਂ ਪਹਿਲਾਂ ਪੋਸ਼ਣ ਅਭਿਆਨ ਲਾਂਚ ਕੀਤਾ? It was started as a Jan Andolan, meaning people's movement, directing the nation attention toward malnutrition. ਸੋ ਬੱਚਿਆਂ ਦੇ ਅੰਦਰ, ਔਰਤਾਂ ਦੇ ਅੰਦਰ ਜੋ ਨਿਊਟ੍ਰੀਸ਼ਨ ਦੀ ਕਮੀ ਆਉਂਦੀ ਹੈ ਉਹਦੇ ਲਈ ਧਿਆਨ ਦਿਵਾਉਣ ਲਈ, ਅਟੈਂਸ਼ਨ ਅਵੇਅਰਨੈਸ ਦਿਵਾਉਣ ਦੇ ਲਈ ਇੱਕ ਜਨ ਅੰਦੋਲਨ, ਲੋਕਾਂ ਦੀ ਲੜਾਈ, ਇੱਕ ਮੂਵਮੈਂਟ ਸਟਾਰਟ ਕੀਤਾ ਗਿਆ ਜਿਹਦਾ ਨਾਮ ਰੱਖਿਆ ਗਿਆ ਪੋਸ਼ਣ ਅਭਿਆਨ। ਰਾਸ਼ਟਰੀ ਪੋਸ਼ਣ ਅਭਿਆਨ ਨੈਸ਼ਨਲ ਨਿਊਟ੍ਰੀਸ਼ਨ ਮਿਸ਼ਨ ਇਜ਼ ਐਡਮਿਨਿਸਟਰਡ। ਇਹਦੀ ਮਿਨਿਸਟਰੀ ਕਿਹੜੀ ਹੈ? ਵਿਮਨ ਐਂਡ ਚਾਈਲਡ ਡਿਵੈਲਪਮੈਂਟ। ਸੋ ਉਰੇ ਤੁਸੀਂ ਹੈਲਥ ਮਿਨਿਸਟਰੀ ਦੇ ਨਾਲ ਇਹਨੂੰ ਕਨਫਿਊਜ਼ ਨਹੀਂ ਕਰਨਾ, ਇਹਨੂੰ ਯਾਦ ਰੱਖਣਾ ਕਿ ਇਹ ਕਿਹੜੀ ਮਿਨਿਸਟਰੀ ਦੇ ਅੰਦਰ ਆਉਂਦਾ ਤੇ ਮੇਨ ਇਹਦਾ ਏਮ ਕੀ ਹੈ। ਇੱਕ ਤਾਂ ਲੈਵਲ ਆਫ ਮਾਲ ਨਿਊਟ੍ਰੀਸ਼ਨ ਨੂੰ ਘਟਾਉਣਾ, ਅਨੀਮੀਆ, ਲੋ ਬਰਥ weight in children, adolescent girl, women, lactating mother। ਤੇ ਹੋਰ ਇਹਦਾ ਕੀ ਕੰਮ ਹੈ ਕਿ ਜੋ ਵੀ ਅਲੱਗ-ਅਲੱਗ ਡਿਪਾਰਟਮੈਂਟ ਨੇ, ਮਿਨਿਸਟਰੀਜ਼ ਨੇ, ਸਾਰਿਆਂ ਨੂੰ ਕੋਆਰਡੀਨੇਟ ਆਪਸ ਦੇ ਵਿੱਚ ਮਿਲਾ ਕੇ ਚਲਾਉਣਾ ਸੋ ਦੈਟ ਉਹ ਨਿਊਟ੍ਰੀਸ਼ਨ ਦੀ ਜਿਹੜੀ ਇਹ ਪ੍ਰੋਬਲਮ ਹੈ ਮਾਲ ਨਿਊਟ੍ਰੀਸ਼ਨ ਦੀ ਉਹਨੂੰ ਜਲਦੀ ਤੋਂ ਜਲਦੀ ਆਪਣੇ ਦੇਸ਼ ਦੇ ਵਿੱਚ ਖਤਮ ਕਰ ਸਕਣ ਤੇ ਜੋ ਵੀ ਟਾਰਗੇਟ ਰੱਖੇ ਨੇ ਇਸ ਮਿਸ਼ਨ ਨੇ, ਪੋਸ਼ਣ ਅਭਿਆਨ ਨੇ, ਉਹਨਾਂ ਨੂੰ ਪੂਰਾ ਕੀਤਾ ਜਾ ਸਕੇ। ਨੈਸ਼ਨਲ ਟੋਬੈਕੋ ਕੰਟਰੋਲ ਪ੍ਰੋਗਰਾਮ। ਸੋ ਇੱਕ ਇੰਟਰਨੈਸ਼ਨਲ ਕਨਵੈਨਸ਼ਨ ਹੈ
WHO फ्रेमवर्क कन्वेंशन ऑन टोबैको कंट्रोल फैबररी 2004। सो ਇਹਨੂੰ ਫੋਲੋ ਕਰਨ ਦੇ ਲਈ ਇਹਨੂੰ ਇੰਪਲੀਮੈਂਟ ਕਰਨ ਦੇ ਲਈ ਆਪਣੇ ਦੇਸ਼ ਦੇ ਅੰਦਰ ਇੱਕ ਟੋਬੈਕੋ ਕੰਟਰੋਲ ਲਾਅ ਲਿਆਂਦਾ ਗਿਆ, ਜਿਹਨੂੰ ਬਾਅਦ ਵਿੱਚ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਤੇ ਭਾਰਤ ਸਰਕਾਰ ਨੇ ਇੱਕ ਪ੍ਰੋਗਰਾਮ ਦੇ ਥਰੂ ਇੰਪਲੀਮੈਂਟ ਕਰਵਾਉਣ ਦੀ ਕੋਸ਼ਿਸ਼ ਕੀਤੀ ਤੇ ਇਸ ਪ੍ਰੋਗਰਾਮ ਦਾ ਨਾਮ ਰੱਖਿਆ ਗਿਆ ਨੈਸ਼ਨਲ ਟੋਬੈਕੋ ਕੰਟਰੋਲ ਪ੍ਰੋਗਰਾਮ ਇਨ 2007-8। ਸੋ ਸਟਾਰਟਿੰਗ ਵਿੱਚ ਜਿਹੜਾ ਇਹ ਪ੍ਰੋਗਰਾਮ ਸੀ ਇਹ ਲਿਆਂਦਾ ਗਿਆ 42 ਡਿਸਟ੍ਰਿਕਟ ਵਿੱਚ, ਬਾਅਦ ਵਿੱਚ ਹੌਲੀ ਹੌਲੀ ਇਹ ਇਸ ਟਾਈਮ 600 ਤੋਂ ਜ਼ਿਆਦਾ ਡਿਸਟ੍ਰਿਕਟ ਵਿੱਚ ਪ੍ਰੋਗਰਾਮ ਚੱਲ ਰਿਹਾ ਹੈ ਤੇ ਇਹਦਾ ਮੇਨ ਏਮ ਹੈ ਪ੍ਰੋਗਰਾਮ ਦਾ ਟ੍ਰੇਨਿੰਗ ਐਂਡ ਕਪੈਸਿਟੀ ਬਿਲਡਿੰਗ, ਲੋਕਾਂ ਨੂੰ ਜਾਗਰੂਕ ਕਰਨਾ, ਤੰਬਾਕੂ ਦੇ ਜੋ ਵੀ ਹਾਨੀਕਾਰਕ ਪ੍ਰਭਾਵ ਨੇ ਉਹਨਾਂ ਬਾਰੇ ਅਵੇਅਰ ਕਰਨਾ। Then IEC activity monitoring tobacco control law, survey and surveillance। ਸੋ ਇੱਕ ਹੋਰ ਇੰਪੋਰਟੈਂਟ ਚੀਜ਼ ਜਿਹੜੇ ਲਾਅ ਨੂੰ ਇੰਪਲੀਮੈਂਟ ਲਾਗੂ ਕਰਵਾਉਣ ਦੇ ਲਈ ਇਹ ਪ੍ਰੋਗਰਾਮ ਲਿਆਂਦਾ ਗਿਆ ਉਹ 2003 ਦਾ ਇੱਕ ਇੰਪੋਰਟੈਂਟ ਲਾਅ ਹੈ, ਇੰਡੀਆ ਦੀ ਲੈਜਿਸਲੇਸ਼ਨ ਹੈ ਜਿਹਦਾ ਨਾਮ ਹੈ The Cigarette and Other Tobacco Product Prohibition of Advertisement Regulation of Trade, Commerce, Production, Supply, Distribution Act 2003। नेक्स्ट है पीएम स्वास्थ्य सुरक्षा योजना। सो बेसिकली ਇਹਦਾ ਮੇਨ ਇੰਪੋਰਟੈਂਟ ਕੰਮ ਹੈ ਕਿ ਇੱਕ ਤਾਂ ਕੁਆਲਿਟੀ ਮੈਡੀਕਲ ਐਜੂਕੇਸ਼ਨ ਦੇਣੀ, ਦੂਜਾ ਹੈਲਥ ਕੇਅਰ ਫੈਸਿਲਿਟੀਜ਼ ਅਫੋਰਡੇਬਲ ਰੀਜ਼ਨੇਬਲ ਰੇਟ ਦੇ ਉੱਤੇ ਪੂਰੀ ਕੰਟਰੀ ਦੇ ਵਿੱਚ ਮੁਹੱਈਆ ਕਰਵਾਉਣੀ। ਜਿਹੜੀ ਸਕੀਮ ਹੈ ਇਹਨੂੰ ਅਪਰੂਵ ਕੀਤਾ ਗਿਆ ਮਾਰਚ 2006 ਵਿੱਚ ਤੇ ਜਿਹੜਾ ਪਹਿਲਾ ਫੇਜ਼ ਸੀ ਉਹਦੇ ਅੰਦਰ ਦੋ ਕੰਪੋਨੈਂਟ ਸੀ, ਇੱਕ ਤਾਂ 6 ਇੰਸਟੀਚਿਊਟ ਖੋਲੇ ਗਏ ਇਨ ਦ ਲਾਈਨ ਆਫ ਏਮਸ, ਦੂਜਾ ਜਿਹੜੇ ਆਲਰੇਡੀ ਐਗਜ਼ਿਸਟਿੰਗ 13 ਮੈਡੀਕਲ ਕਾਲਜ ਸੀ ਗਵਰਨਮੈਂਟ ਉਹਨਾਂ ਨੂੰ ਅਪਗ੍ਰੇਡ ਕੀਤਾ ਗਿਆ। ਸੋ ਇਹ ਕੰਮ ਹੋਇਆ ਪੀਐਮ ਸਵਾਸਥਯ ਸੁਰੱਖਿਆ ਯੋਜਨਾ ਦੇ ਪਹਿਲੇ ਫੇਜ਼ ਦੇ ਵਿੱਚ। ਦੂਜੇ ਵਿੱਚ ਕੀ ਹੋਇਆ, ਹੋਰ ਏਮਸ ਦੀ ਤਰ੍ਹਾਂ ਦੇ ਇੰਸਟੀਚਿਊਟ ਖੋਲੇ ਗਏ ਤੇ ਨਾਲ ਹੀ 6 ਮੈਡੀਕਲ ਕਾਲਜ। ਸੋ ਜਿਹੜੇ ਦੋ ਨਵੇਂ ਏਮਸ ਲਾਈਕ ਇੰਸਟੀਚਿਊਟ ਸੀ, ਇੱਕ ਤਾਂ ਵੈਸਟ ਬੰਗਾਲ ਵਿੱਚ ਖੋਲਿਆ ਗਿਆ, ਦੂਜਾ ਯੂਪੀ, ਤੇ ਜਿਹੜੇ 6 ਮੈਡੀਕਲ ਕਾਲਜ ਅਪਗ੍ਰੇਡ ਕੀਤੇ ਉਹਨਾਂ ਵਿੱਚੋਂ ਆਉਂਦੇ ਨੇ ਇੱਕ ਤਾਂ ਅੰਮ੍ਰਿਤਸਰ ਪੰਜਾਬ, GMC, ਟਾਂਡਾ ਹਿਮਾਚਲ, ਮਦੁਰਾਈ ਤਮਿਲ, ਨਾਗਪੁਰ ਮਹਾਰਾਸ਼ਟਰ, ਜਵਾਹਰਲਾਲ ਨਹਿਰੂ ਮੈਡੀਕਲ ਕਾਲਜ ਆਫ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ and last Pandit B.D. Sharma Postgraduate Institute of Medical Science, Rohtak। Next again very important Pulse Polio program। So India ने Pulse Polio immunization program launch ਕੀਤਾ 1995 ਵਿੱਚ after a resolution of global initiative। So World Health Assembly ਨੇ ਇੱਕ 1988 ਵਿੱਚ ਇੱਕ ਇਨੀਸ਼ੀਏਟਿਵ ਲਿਆ, ਇੱਕ ਟਾਰਗੇਟ ਸੈੱਟ ਕੀਤਾ ਕਿ ਪੂਰੇ ਵਰਲਡ ਵਿੱਚੋਂ ਪੂਰੀ ਧਰਤੀ ਤੋਂ ਪੋਲੀਓ ਨੂੰ ਪੂਰੀ ਤਰ੍ਹਾਂ ਆਪਾਂ ਨੇ ਖਤਮ ਕਰਨਾ, ਇਰੈਡੀਕੇਟ ਕਰਨਾ। ਸੋ ਇਸ ਰੈਜ਼ੋਲੂਸ਼ਨ ਤੋਂ ਬਾਅਦ ਹੀ ਇੰਡੀਆ ਨੇ ਆਪਣਾ ਇੱਕ ਇਮਿਊਨਾਈਜੇਸ਼ਨ ਪ੍ਰੋਗਰਾਮ ਲਾਂਚ ਕੀਤਾ 1995 ਵਿੱਚ। ਇਹਦੇ ਅੰਦਰ 0 ਤੋਂ ਲੈ ਕੇ 5 ਸਾਲ ਤੱਕ ਦੇ ਬੱਚੇ ਕਵਰ ਹੁੰਦੇ ਨੇ ਜਿਨ੍ਹਾਂ ਨੂੰ ਪੋਲੀਓ ਡ੍ਰੌਪਸ ਪਿਲਾਈਆਂ ਜਾਂਦੀਆਂ ਨੇ। ਪੋਲੀਓ ਇਨ ਇੰਡੀਆ, WHO ਨੇ ਫਰਵਰੀ 24 2012 ਨੂੰ ਇੰਡੀਆ ਨੂੰ ਪੋਲੀਓ ਐਕਟਿਵ ਪੋਲੀਓ ਵਾਲੀ ਜਿਹੜੀ ਲਿਸਟ ਸੀ ਉਹਦੇ ਤੋਂ ਹਟਾਤਾ ਸੀ, ਮਤਲਬ ਇੰਡੀਆ ਨੇ ਉਦੋਂ ਤੱਕ ਜਿਹੜੀ ਐਕਟਿਵ ਐਂਡੈਮਿਕ ਵਾਈਲਡ ਪੋਲੀਓ ਵਾਇਰਸ ਟ੍ਰਾਂਸਮਿਸ਼ਨ ਸੀ ਉਹਨੂੰ ਖਤਮ ਕਰਤਾ ਸੀ। 2 ਸਾਲ ਬਾਅਦ 2014 ਵਿੱਚ ਸਾਊਥ ਈਸਟ ਏਸ਼ੀਆ ਰੀਜਨ ਆਫ WHO of which India is a part was certified as polio free। ਸੋ ਇਹ ਬਹੁਤ ਇੰਪੋਰਟੈਂਟ ਫੈਕਟ ਹੈ ਕਿ 2014 ਵਿੱਚ ਜਿਹੜਾ ਪੂਰਾ ਦਾ ਪੂਰਾ ਸਾਊਥ ਈਸਟ ਏਸ਼ੀਆ ਦਾ ਇਲਾਕਾ ਹੈ, ਰੀਜਨ ਹੈ, ਉਹਨੂੰ WHO ਨੇ ਪੂਰੀ ਤਰ੍ਹਾਂ ਪੋਲੀਓ ਫ੍ਰੀ ਸਰਟੀਫਾਈ ਕਰਤਾ ਤੇ ਇਸੇ ਰੀਜਨ ਦਾ ਇੰਡੀਆ ਵੀ ਪਾਰਟ ਹੈ। ਸੋ ਇਹਦੇ ਅੰਦਰ ਦੋ ਤਰ੍ਹਾਂ ਦੀਆਂ ਵੈਕਸੀਨ ਹੁੰਦੀਆਂ ਨੇ, ਇੱਕ ਤਾਂ ਹੈ ਓਰਲ ਪੋਲੀਓ ਵੈਕਸੀਨ OPV, ਦੂਜੀ ਹੈ ਇੰਜੈਕਟੇਬਲ। ਸੋ ਜਿਹੜੀ OPV ਹੈ ਓਰਲ ਪੋਲੀਓ ਵੈਕਸੀਨ ਹੈ ਇਹ ਦਿੱਤੀ ਜਾਂਦੀ ਹੈ ਓਰਲੀ ਐਜ਼ ਅ ਬਰਥ ਡੋਜ਼, ਦੈਨ ਪ੍ਰਾਇਮਰੀ 3 ਡੋਜ਼ ਦਿੱਤੀਆਂ ਜਾਂਦੀਆਂ ਨੇ 6, 10 ਤੇ 14 ਹਫ਼ਤੇ ਤੇ ਇੱਕ ਬੂਸਟਰ ਡੋਜ਼ ਦਿੱਤੀ ਜਾਂਦੀ ਹੈ 16 ਤੋਂ 24 ਮਹੀਨੇ ਦੀ ਏਜ ਵਿੱਚ। ਸੋ ਜਿਹੜੇ ਟਾਈਮ ਪੀਰੀਅਡਸ ਨੇ ਇਹ ਵੀ ਤੁਸੀਂ ਐਗਜ਼ਾਮ ਦੇ ਲਈ ਯਾਦ ਕਰਨੇ ਆ। ਨੈਕਸਟ ਹੈ IPV। ਇਟ ਇਜ਼ ਇੰਟਰੋਡਿਊਸਡ ਐਜ਼ ਐਨ ਐਡੀਸ਼ਨਲ ਡੋਜ਼। ਜਦੋਂ ਤੀਜੀ ਡੋਜ਼ ਦਿੱਤੀ ਜਾਂਦੀ ਹੈ DPT ਦੀ ਅੰਡਰ ਯੂਨੀਵਰਸਲ ਇਮਿਊਨਾਈਜੇਸ਼ਨ ਪ੍ਰੋਗਰਾਮ ਉਦੋਂ ਹੀ ਨਾਲ ਇਹ IPV ਦਿੱਤੀ ਜਾਂਦੀ ਹੈ। ਸੋ DPT ਦੀ ਫੁੱਲ ਫਾਰਮ ਵੀ ਐਗਜ਼ਾਮ ਦੇ ਲਈ ਬਹੁਤ ਇੰਪੋਰਟੈਂਟ ਹੈ, ਡਿਪਥੀਰੀਆ, ਪਰਟੂਸਿਸ ਐਂਡ ਟੈਟਨਸ। ਨੈਕਸਟ ਆਉਂਦੀ ਹੈ ਰਾਸ਼ਟਰੀ ਬਾਲ ਸਵਾਸਥਯ ਕਾਰਜਕ੍ਰਮ। ਸੋ ਬਾਲ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਚਿਲਡਰਨ ਰਿਲੇਟਡ ਸਕੀਮ ਹੈ। ਸੋ ਬੇਸਿਕਲੀ ਇਹਦੇ ਅੰਦਰ ਕੀ ਹੁੰਦਾ ਹੈ
कि अर्ली एज के उत्ते अर्ली टाइम पीरियड के उत्ते बर्थ तो लैके 18 साल तक 4 तरह ਦੀਆਂ ਡੀਜ਼ ਕਵਰ ਕੀਤੀਆਂ ਜਾਂਦੀਆਂ ਨੇ ਜੋ ਬੱਚਿਆਂ ਦੇ ਅੰਦਰ ਡਿਫੈਕਟਸ ਨੇ ਉਹਨਾਂ ਨੂੰ ਦੇਖਿਆ ਜਾਂਦਾ। ਸੋ ਇਹ ਡਿਫੈਕਟਸ ਕਿਹੜੇ-ਕਿਹੜੇ ਹੋ ਸਕਦੇ ਨੇ? ਇੱਕ ਤਾਂ ਬਾय ਬਰਥ ਡਿਫੈਕਟਸ, ਦੂਜਾ ਕੋਈ ਡੈਫੀਸ਼ੀਐਂਸੀ ਹੋ ਸਕਦੀ ਹੈ ਕਿਸੇ ਵਿਟਾਮਿਨ ਮਿਨਰਲ ਦੀ ਕਮੀ, ਤੀਜਾ ਕੋਈ ਹੋਰ ਬਿਮਾਰੀ ਜਾਂ ਫਿਰ ਡਿਵੈਲਪਮੈਂਟ ਡਿਲੇ इंक्लूडिंग डिसेबिलिटी। सो कोई फिजिकल डिसफॉर्मिटी हो सकती है, डिसेबिलिटी हो सकती है। सो बर्थ तो लैके 18 साल तक की उम्र के बच्चों के अंदर ये 4 तरह ਦੀਆਂ ਜਿਹੜੀਆਂ प्रॉब्लम्स ने ਇਹਨਾਂ ਨੂੰ आइडेंटिफाई करना ਤੇ ਇਹਨਾਂ ਨੂੰ ठीक करना इस प्रोग्राम ਦਾ मेन एम है। The services aim to cover children of 0 to 6 year in age of rural area, urban slum, in addition to children enrolled in classes 1 to 12 in government and government aided school। ਸੋ ਇੱਕ ਤਾਂ ਪਿੰਡਾਂ ਦੇ ਵਿੱਚ 0 ਤੋਂ ਲੈ ਕੇ 6 ਸਾਲ ਤੱਕ ਦੇ ਜਾਂ ਜਿਹੜੇ ਸ਼ਹਿਰੀ ਸਲਮਸ ਏਰੀਆਜ਼ ਨੇ, ਝੁੱਗੀ ਝੋਪੜੀਆਂ ਵਾਲੇ ਨੇ, ਉਹਨਾਂ ਦੇ ਸਾਰੇ ਬੱਚਿਆਂ ਨੂੰ ਕਵਰ ਕੀਤਾ ਗਿਆ। ਦੂਜਾ ਪਹਿਲੀ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਜਿਹੜੇ ਸਰਕਾਰੀ ਜਾਂ ਫਿਰ ਗਵਰਨਮੈਂਟ ਏਡਡ ਸਕੂਲ ਦੇ ਬੱਚੇ ਨੇ ਉਹਨਾਂ ਨੂੰ ਕਵਰ ਕੀਤਾ ਗਿਆ। ਸੋ ਜਿਹੜੀ ਕਵਰੇਜ ਹੈ ਇਹ ਵੀ ਤੁਸੀਂ ਯਾਦ ਰੱਖਣੀ ਹੈ ਕਿ ਇਸ ਸਕੀਮ ਦੇ ਬੈਨੀਫੀਸ਼ੀਅਰੀਜ਼ ਕੌਣ ਨੇ। ਸੋ ਟਾਰਗੇਟ ਗਰੁੱਪ under child health screening and intervention service category, babies born at public health facilities and home birth to 6 week screening ਕੀਤੀ ਜਾਂਦੀ ਹੈ। then preschool children in rural and urban slum 6 ਤੋਂ ਲੈ ਕੇ 6 ਸਾਲ ਤੱਕ ਦੇ, then 6 ਤੋਂ 18 ਦੇ ਉਹ ਬੱਚੇ ਜਿਹੜੇ ਸਰਕਾਰੀ ਜਾਂ ਫਿਰ ਏਡਡ ਸਕੂਲਾਂ ਦੇ ਵਿੱਚ ਨੇ ਪਹਿਲੀ ਤੋਂ 12ਵੀਂ। ਸੋ ਇਹ ਸਾਰੇ ਸਕੂਲਾਂ ਦੇ ਵਿੱਚ ਜੋ ਵੀ ਆਪਣੇ ਹੈਲਥ ਡਿਪਾਰਟਮੈਂਟ ਦੇ ऑफिशियल्स ने, कोई नर्सिस ने, ਉਹ ਸਾਰੇ ਟਾਈਮ ਟੂ ਟਾਈਮ ਜਾ ਕੇ ਸਕਰੀਨਿੰਗ ਕਰਦੇ ਨੇ, ਚੈੱਕ ਕਰਦੇ ਨੇ, ਬੱਚਿਆਂ ਦਾ weight ਦੇਖਦੇ ਨੇ ਜਾਂ ਉਹਨਾਂ ਨੂੰ ਜੇ ਕੋਈ ਵੀ ਵਿਟਾਮਿਨ ਮਿਨਰਲਸ ਦੇ ਟੈਬਲੇਟਸ ਦੇਣੇ ਹੁੰਦੇ ਨੇ ਉਹ ਦਿੰਦੇ ਨੇ ਫ੍ਰੀ ਆਫ ਕਾਸਟ। ਉਹਨਾਂ ਦੀ ਹਾਈਟ ਚੈੱਕ ਕਰਦੇ ਨੇ ਕਿ ਉਹਨਾਂ ਦੀ ਡਿਵੈਲਪਮੈਂਟ ਸਹੀ ਹੋ ਰਹੀ ਹੈ। ਸੋ ਇਹ ਜਿਹੜੇ ਸਾਰੇ ਕੰਮ ਕੀਤੇ ਜਾਂਦੇ ਨੇ, these all are covered under ਰਾਸ਼ਟਰੀ ਬਾਲ ਸਵਾਸਥਯ ਕਾਰਜਕ੍ਰਮ। Next is राष्ट्रीय किशोर स्वास्थ्य कार्यक्रम। So किशोर tender age, adolescent age। So Ministry of Health and Family Welfare ने introduce ਕੀਤੀ ਸੀ adolescent ਦੇ ਲਈ ਜਿਹੜੇ 10 ਤੋਂ 19 ਸਾਲ ਤੱਕ ਦੇ ਬੱਚੇ ਨੇ ਉਹਨਾਂ ਦੇ ਲਈ ਪ੍ਰੋਗਰਾਮ which would target। So ਇਹਦੇ ਅੰਦਰ mainly ਇੱਕ ਤਾਂ ਉਹਨਾਂ ਦੀ reproduction ਬਾਰੇ ਦੇਖਿਆ ਜਾਊਗਾ, girls ਨੂੰ ਦੇਖਿਆ ਜਾਊਗਾ ਕਿ ਉਹਨਾਂ ਦੀ menstruation ਕਰਕੇ ਕੋਈ problem ਤਾਂ ਨਹੀਂ ਆ ਰਹੀ। then ਨਿਊਟ੍ਰੀਸ਼ਨ ਦਾ ਧਿਆਨ ਰੱਖਿਆ ਜਾਊਗਾ, ਕੋਈ ਬਲੱਡ ਵਗੈਰਾ ਕਿਸ 'ਚ ਘੱਟ ਨਹੀਂ ਹੈ, ਅਨੀਮੀਆ ਵਗੈਰਾ ਇੱਦਾਂ ਦੀਆਂ ਪ੍ਰੋਬਲਮਸ ਦਾ ਮੇਨ ਧਿਆਨ ਰੱਖਿਆ ਜਾਊਗਾ। ਸੋ ਜਿਹੜੀ ਇਹ ਸਕੀਮ ਹੈ ਇਹ ਲਾਂਚ ਕੀਤੀ ਗਈ 7 ਜਨਵਰੀ 2014 ਨੂੰ। ਮੇਨ ਪ੍ਰਿੰਸੀਪਲ ਕੀ ਹੈ? ਐਡੋਲੈਸੈਂਟ ਪਾਰਟਿਸਿਪੇਸ਼ਨ ਐਂਡ ਲੀਡਰਸ਼ਿਪ, ਇਕੁਇਟੀ ਐਂਡ ਇਨਕਲੂਜਨ, ਜੈਂਡਰ ਇਕੁਇਟੀ ਐਂਡ ਸਟ੍ਰੈਟੇਜਿਕ ਪਾਰਟਨਰਸ਼ਿਪ ਵਿਦ ਅਦਰ ਸੈਕਟਰ ਐਂਡ ਸਟੇਕ ਹੋਲਡਰ। ਸੋ ਜਿਹੜਾ ਪ੍ਰੋਗਰਾਮ ਆ ਇਹਦੇ ਅੰਦਰ ਸਾਰੇ ਐਡੋਲੈਸੈਂਟ ਇੰਡੀਆ ਦੇ cover up ਹੁੰਦੇ ਨੇ to realize their full potential by making informed and responsible decision related to their health well-being। Objectives ਕੀ ਨੇ? nutrition ਨੂੰ improve ਕਰਨਾ, sexual ਤੇ reproductive health improve ਕਰਨੀ, enhance mental health, prevent substance misuse, address NCDs। then उम्मीद। so उम्मीद ਦੀ full form ਕੀ ਹੈ? very important, unique method of management and treatment of inherited disorder। so ਜਿਹੜੇ ਵੀ already genetically inherited disorders ਨੇ ਉਹਨਾਂ ਨੂੰ treat ਕਰਨਾ। ਜਿਹੜਾ ਇਹ ਉਮੀਦ ਸਕੀਮ ਹੈ ਇਹ ਡਿਪਾਰਟਮੈਂਟ ਆਫ ਬਾਇਓਟੈਕਨੋਲੋਜੀ ਦਾ ਇੰਪੋਰਟੈਂਟ ਇਨੀਸ਼ੀਏਟਿਵ ਹੈ ਤੇ ਇਹ ਡਿਪਾਰਟਮੈਂਟ ਆਉਂਦਾ ਸਾਇੰਸ ਐਂਡ ਟੈਕਨੋਲੋਜੀ ਮਿਨਿਸਟਰੀ ਦੇ ਅੰਦਰ। ਇਹ ਸਕੀਮ ਲਾਂਚ ਕੀਤੀ ਗਈ 23 ਸਤੰਬਰ 2019। ਸੋ ਇੱਕ ਲੇਟੈਸਟ ਰੀਸੈਂਟ ਸਕੀਮ ਹੈ, ਸੋ ਇਹ ਤੁਸੀਂ ਯਾਦ ਰੱਖਣੀ ਹੈ। ਬੇਸਿਕਲੀ ਇਹਦੇ ਅੰਦਰ ਅਲੱਗ-ਅਲੱਗ ਤਰ੍ਹਾਂ ਦੇ ਕੇਂਦਰ ਬਣਾਏ ਜਾਣਗੇ ਜਿੱਥੇ ਪ੍ਰੀਨੇਟਲ ਟੈਸਟਿੰਗ ਹੋਊਗੀ, ਡਾਇਗਨੋਸਟਿਕ ਕੀਤਾ ਜਾਊਗਾ ਸਰਕਾਰੀ ਹਸਪਤਾਲਾਂ ਦੇ ਅੰਦਰ। produce skilled clinicians in human genetic, then undertake screening of newborn baby, pregnant women in hospital for inherited genetic disease। so ਜੋ ਵੀ aspirational districts ਨੇ, targeted districts ਨੇ, ਉਹਨਾਂ ਦੇ ਜੋ ਵੀ hospitals ਦੇ ਵਿੱਚ ਨਵੇਂ ਜੰਮੇ ਬੱਚੇ ਨੇ ਜਾਂ pregnant women ਨੇ ਉਹਨਾਂ ਨੂੰ ਕੋਈ genetically disorder ਵਾਲੀ ਬਿਮਾਰੀ ਨਾ ਆ ਗਈ ਹੋਵੇ, ਕੋਈ inherited disease ਨਾ ਆ ਗਈ ਹੋਵੇ, ਉਹ ਸਾਰੀਆਂ ਚੀਜ਼ਾਂ ਉੱਤੇ ਮੇਨ ਰੋਕ ਲਗਾਉਣ ਦੇ ਲਈ, ਕੰਟਰੋਲ ਕਰਨ ਦੇ ਲਈ, ਪ੍ਰੀਵੈਂਸ਼ਨ ਦੇ ਲਈ ਇਹ ਜਿਹੜੀ ਉਮੀਦ ਸਕੀਮ ਹੈ ਉਹਨੂੰ ਲਿਆਂਦਾ ਗਿਆ। ਨੈਕਸਟ ਇਜ਼ NHM, ਵੈਰੀ ਇੰਪੋਰਟੈਂਟ, ਨੈਸ਼ਨਲ ਹੈਲਥ ਮਿਸ਼ਨ।
NHM ਲਾਂਚ ਕੀਤੀ ਗਈ 2013 ਵਿੱਚ ਤੇ ਇਹਨੇ ਆਪਣੇ ਅੰਦਰ ਜਿਹੜੀਆਂ ਪਹਿਲਾਂ ਦੀਆਂ ਬਣੀਆਂ ਹੋਈਆਂ ਦੋ ਸਕੀਮ ਸੀ ਰੂਰਲ ਤੇ ਅਰਬਨ ਏਰੀਆਜ਼ ਦੇ ਲਈ ਅਲੱਗ-ਅਲੱਗ ਉਹਨਾਂ ਨੂੰ ਸਬਜ਼ਿਊਮ ਕਰ ਲਿਆ ਆਪਣੇ ਅੰਦਰ ਹੀ ਕਵਰ ਕਰ ਲਿਆ। So main programmatic component include health system strengthening in rural and urban area for reproductive, maternal, neonatal, child and adolescent health, communicable ਤੇ non-communicable disease cover ਹੋਣਗੀਆਂ ਤੇ ਇਹਦੇ main goals ਕੀ ਹੈ? ਇੱਕ ਤਾਂ mortality rate ਨੂੰ reduce ਕਰਨਾ, then infant mortality rate ਤੇ maternal mortality rate ਦੋਨੋਂ, reduce TFR 2.1, then ਅਨੀਮੀਆ ਵਗੈਰਾ ਦੀ ਜਿਹੜੀ ਪ੍ਰੋਬਲਮ ਹੈ ਕੋਈ ਖੂਨ ਦੀ ਕਮੀ ਦੀ ਉਹ ਸਾਰੀਆਂ ਚੀਜ਼ਾਂ ਨੂੰ ਘਟਾਉਣਾ, ਰਿਡਿਊਸ ਹਾਊਸਹੋਲਡ ਆਊਟ ਆਫ ਪਾਕਟ ਐਕਸਪੈਂਡੀਚਰ ਜਿਹੜਾ ਲੋਕਾਂ ਦਾ ਦਵਾਈਆਂ ਉੱਤੇ ਇਲਾਜ ਉੱਤੇ ਜ਼ਿਆਦਾ ਖਰਚਾ ਹੋ ਰਿਹਾ ਜਿੰਨੀ ਉਹਨਾਂ ਦੀ ਪਾਕਟ ਅਲਾਉ ਨਹੀਂ ਕਰਦੀ ਉਸ ਤੋਂ ਬਾਅਦ ਉਹਨਾਂ ਨੂੰ ਖਰਚਾ ਕਰਨਾ ਪੈਂਦਾ ਹੈ ਇਹ ਸਾਰੀਆਂ ਚੀਜ਼ਾਂ ਉੱਤੇ ਮੇਨ ਰੋਕ ਲਗਾਉਣੀ, ਅਫੋਰਡੇਬਲ ਰੇਟ ਦੇ ਉੱਤੇ ਮੈਡੀਕਲ ਸਰਵਿਸਿਜ਼ ਮੁਹੱਈਆ ਕਰਵਾਉਣੀਆਂ, then annual ਮਲੇਰੀਆ ਦੇ ਜਿਹੜੇ ਕੇਸਿਸ ਨੇ ਉਹਨਾਂ ਨੂੰ ਘਟਾਉਣਾ, ਕਾਲਾ ਅਜ਼ਰ। ਸੋ ਇਸ ਤਰ੍ਹਾਂ ਦੇ ਸਾਰੇ ਮੇਨ ਤੁਸੀਂ ਗੋਲਸ ਪੜ੍ਹ ਸਕਦੇ ਹੋ ਇਹ ਸਾਰੇ ਪਾਰਟ ਨੇ ਨੈਸ਼ਨਲ ਹੈਲਥ ਮਿਸ਼ਨ ਦੇ। ਸੋ ਮੇਜਰ ਇਨੀਸ਼ੀਏਟਿਵਸ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਹੈ ਉਹਨੇ ਆਪਣੇ ਅੰਦਰ ਬਹੁਤ ਸਾਰੇ ਸਕੀਮਸ ਨੂੰ ਕਵਰ ਅਪ ਕੀਤਾ ਹੈ। ਸੋ ਹੁਣ ਆਪਾਂ ਸਕੀਮਸ ਦੇ ਨਾਮ ਦੇਖ ਲੈਂਦੇ ਹਾਂ ਇਹ ਤੁਹਾਨੂੰ ਐਗਜ਼ਾਮ ਵਿੱਚ ਆ ਸਕਦੇ ਆ that which all of the following schemes are covered under national health mission। सो पहली है जननी शिशु सुरक्षा कार्यक्रम, राष्ट्रीय बाल स्वास्थ्य कार्यक्रम, implementation of free drug and free diagnostic service initiative, PM National Dialysis Program, National Quality Assurance Framework, Mobile Medical Unit and Tele-Consultation Service, Ayushman Bharat, and last is PM Jan Arogya Yojana। So these all are important schemes covered under NHM। So this was all about our today's lecture. I hope you liked the video. Please do subscribe to my channel, share my lectures. Thank you and good luck.